ਮੰਗ ਦੀ ਸਾਪੇਖਤਾ ਜਾਂ ਲਚਕ ਚੈਪਟਰ 4 ਯੂਨਿਟ 1। ਹਾਂਜੀ ਬੇਟਾ, ਇਹਦੇ ਵਿੱਚ ਆਪਾਂ ਇਹ ਪੜ੍ਹਨਾ ਹੈ। ਦੇਖੋ, ਆਪਾਂ ਪਹਿਲਾਂ ਪੜ੍ਹਿਆ ਹੋਇਆ ਮੰਗ ਦਾ ਨਿਯਮ। ਮੰਗ ਦਾ ਨਿਯਮ ਆਪਾਂ ਨੂੰ ਕੀ ਕਹਿੰਦਾ ਹੈ? ਮੰਗ ਦਾ ਲਾਅ ਜਿਹੜਾ ਡਿਮਾਂਡ ਲਾਅ ਹੈ ਉਹ ਦੱਸਦਾ ਹੈ ਕਿ ਜੇ ਕਿਸੇ ਵਸਤੂ ਦਾ ਪ੍ਰਾਈਸ ਘਟਦਾ ਹੈ ਤਾਂ ਡਿਮਾਂਡ ਵੱਧ ਜਾਂਦੀ ਹੈ, ਤੇ ਜੇ ਕਿਸੇ ਵਸਤੂ ਦਾ ਪ੍ਰਾਈਸ ਵੱਧਦਾ ਹੈ ਤਾਂ ਡਿਮਾਂਡ ਘਟ ਜਾਂਦੀ ਹੈ। ਬਟ ਇਹ ਚੀਜ਼ ਨਹੀਂ ਐਕਸਪਲੇਨ ਕਰਦਾ ਕਿ ਕਿੰਨੇ ਪਰਸੈਂਟ ਪ੍ਰਾਈਸ ਘਟਣ ਨਾਲ ਕਿੰਨੇ ਪਰਸੈਂਟ ਡਿਮਾਂਡ ਵੱਧਦੀ ਹੈ। ਮਤਲਬ ਕੀਮਤ ਵਿੱਚ ਕਿੰਨੇ ਪ੍ਰਤੀਸ਼ਤ ਕਮੀ ਹੋਵੇ ਤੇ ਮੰਗ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਵੇਗਾ। ਜਦ ਕੀਮਤ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਣ ਨਾਲ ਮੰਗ ਦੀ ਕੁਆਂਟੀਟੀ ਤੇ ਕੀ ਅਸਰ ਪੈਂਦਾ, ਕਿੰਨੇ ਪ੍ਰਤੀਸ਼ਤ ਤੋਂ ਘਟਦੀ ਜਾਂ ਵੱਧਦੀ ਹੈ। ਇਹਨੂੰ ਕਹਿੰਦੇ ਆ, ਇਸ ਚੀਜ਼ ਨੂੰ ਪਤਾ ਜੇ ਆਪਾਂ ਕਰਨਾ ਹੈ ਕਿ ਪ੍ਰਾਈਸ ਵੀ ਘਟਣ ਵਧਣ ਨਾਲ ਕੁਆਂਟੀਟੀ ਤੇ ਕੀ ਅਸਰ ਪੈਂਦਾ ਹੈ। ਠੀਕ ਹੈ, ਮੰਗ ਦੀ ਮਾਤਰਾ ਕਿਸ ਪਰਸੈਂਟ ਦੇ ਹਿਸਾਬ ਨਾਲ ਵੱਧ ਜਾਂ ਘਟ ਰਹੀ ਹੈ, ਕਿਸ ਦਰ ਨਾਲ ਘਟ ਜਾਂ ਵੱਧ ਰਹੀ ਹੈ, ਉਹਨੂੰ ਕਹਿੰਦੇ ਆ ਮੰਗ ਦੀ ਸਾਪੇਖਤਾ ਜਾਂ ਲਚਕ, ਇਲਾਸਟਿਸਿਟੀ ਆਫ ਡਿਮਾਂਡ। ਮੰਗ ਦੀ ਕੀਮਤ ਲਚਕ ਦਾ ਮੀਨਿੰਗ ਕਰਨਾ ਤੁਸੀਂ ਆ ਦਿੱਤਾ ਹੋਇਆ ਹੈ। ਠੀਕ ਹੈ, ਮੰਗ ਦੀ ਕੀਮਤ ਲਚਕ ਕਿ ਵਸਤੂ ਦੀ ਕੀਮਤ ਵਧਣ ਨਾਲ ਮੰਗ ਵਿੱਚ ਕਿਸ ਅਨੁਪਾਤ ਨਾਲ ਕਮੀ ਹੋਵੇਗੀ। ਠੀਕ ਹੈ, ਇਸੇ ਤਰ੍ਹਾਂ ਵਸਤੂ ਦੀ ਕੀਮਤ ਅਤੇ ਮੰਗ ਵਿੱਚ ਉਲਟਾ ਸੰਬੰਧ ਹੁੰਦਾ ਹੈ ਅਤੇ ਇਸ ਕੀਮਤ ਲੋਚ ਨੂੰ ਨੈਗੇਟਿਵ ਸਾਈਨ ਨਾਲ ਸ਼ੋ ਕਰਦੇ ਹੈ। ਮੰਗ ਦੀ ਮਾਤਰਾ ਵਿੱਚ ਪ੍ਰਤੀਸ਼ਤ ਪਰਿਵਰਤਨ ਬਟਾ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਜਾਂ ਤਬਦੀਲੀ ਸੇਮ ਥਿੰਗ ਹੈ। ਠੀਕ ਹੈ, ਇਹਦੇ ਵਿੱਚ ਕੀ ਦੱਸਣਾ ਕਿ ਕੀਮਤ ਵਿੱਚ ਕਿੰਨੇ ਪਰਸੈਂਟ ਚੇਂਜ ਹੋਏਗਾ, ਉਹਦਾ ਇਫੈਕਟ ਕੀ ਪਏਗਾ ਮੰਗ ਦੀ ਮਾਤਰਾ ਤੇ। ਕਿੰਨੇ ਪ੍ਰਤੀਸ਼ਤ ਕੀਮਤ ਵਿੱਚ ਪਰਿਵਰਤਨ ਹੋਣ ਨਾਲ ਜੇ ਉਹ ਘਟਦੀ ਹੈ ਤਾਂ ਮੰਗ ਕਿੰਨੇ ਪ੍ਰਤੀਸ਼ਤ ਵੱਧਦੀ ਹੈ, ਜੇ ਕੀਮਤ ਵੱਧਦੀ ਹੈ ਤਾਂ ਮੰਗ ਕਿੰਨੇ ਪ੍ਰਤੀਸ਼ਤ ਘਟਦੀ ਹੈ। ਇਹਦਾ ਜਿਹੜਾ ਮੇਨ ਕੁਐਸਚਨ ਹੈ ਬੇਟਾ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਇਹੀ ਆਣਾ ਪੇਪਰ। ਮੰਗ ਦੀ ਮੁੱਲ ਲਚਕ ਦਾ ਮਾਪ। ਇਹਦੀਆਂ 5 ਮੈਥਡਸ ਹੈ, 5 ਵਿਧੀਆਂ, 3 ਕਰ ਲਓ ਪੇਪਰ 'ਚ, ਮੋਸਟਲੀ 3 ਹੀ ਆਉਂਦੀਆਂ। ਠੀਕ ਹੈ, 3 ਆਪਾਂ ਕਰਾਂਗੇ। ਫਸਟ ਹੈ ਕੁੱਲ ਖਰਚ ਵਿਧੀ। ਕੁੱਲ ਖਰਚ ਵਿਧੀ ਸਾਨੂੰ ਇਹ ਦੱਸਦੀ ਹੈ ਕਿ ਕੀਮਤ ਦੇ ਵਧਣ ਜਾਂ ਘਟਣ ਨਾਲ ਖਰਚੇ ਤੇ ਕੀ ਅਸਰ ਹੁੰਦਾ ਹੈ। ਠੀਕ ਹੈ, ਜੇ ਕਿਸੇ ਵਸਤੂ ਦੀ ਕੀਮਤ ਵਿੱਚ ਪਰਿਵਰਤਨ ਹੋਣ ਨਾਲ ਉਹਦੇ ਖਰਚ ਵਿੱਚ ਕਿੰਨਾ ਪਰਿਵਰਤਨ ਹੁੰਦਾ ਹੈ, ਇਹਦੇ ਨਾਲ ਅਸੀਂ ਦੱਸਾਂਗੇ ਇਲਾਸਟਿਸਿਟੀ ਆਫ ਡਿਮਾਂਡ। ਧਿਆਨ ਨਾਲ ਦੇਖੋ, ਜੇ ਤੁਹਾਨੂੰ ਆ ਸਮਝ ਆ ਗਈ, ਟੋਟਲ ਐਕਸਪੈਂਡੀਚਰ ਮੈਥਡ ਦਾ ਜੇ ਸ਼ਡਿਊਲ ਸਮਝ ਆ ਗਿਆ, ਟੇਬਲ ਸਮਝ ਆ ਗਿਆ, ਤੇ ਤੁਸੀਂ ਆਪਣੇ ਆਪ ਇਸ ਤੋਂ ਬਾਅਦ ਇਹਨੂੰ ਐਕਸਪਲੇਨ ਕਰੋਗੇ। ਧਿਆਨ ਨਾਲ ਸਮਝੋ, ਜਦੋਂ ਤਾਂ ਪ੍ਰਾਈਸ 2 ਰੁਪਏ ਸੀ ਤੇ ਕੀਮਤ ਕਿੰਨੀ ਸੀਗੀ, ਮਾਤਰਾ ਕਿੰਨੀ ਮੰਗਦੇ ਸੀ ਆਪਾਂ 4। ਇੱਕ ਵਸਤੂ 2 ਰੁਪਏ ਦੀ ਹੈ, 4 ਵਸਤੂਆਂ ਆਪਾਂ ਲੈਂਦੇ ਸੀ, ਟੋਟਲ ਕਿੰਨਾ ਹੋ ਗਿਆ 8 ਰੁਪਏ। ਵਸਤੂ ਦੀ ਕੀਮਤ 2 ਰੁਪਏ ਤੋਂ ਵੱਧ ਕੇ 4 ਰੁਪਏ ਹੋ ਗਈ। ਦੇਖੋ ਲਾਅ ਆਫ ਡਿਮਾਂਡ ਕੀ ਕਹਿੰਦਾ ਹੈ ਕਿ ਜਦੋਂ ਕਿਸੇ ਵਸਤੂ ਦੀ ਕੀਮਤ ਵੱਧਦੀ ਹੈ ਤਾਂ ਉਸ ਦੀ ਮਾਤਰਾ ਜਿਹੜੀ ਉਹਦੀ ਕੁਆਂਟੀਟੀ ਡਿਮਾਂਡਡ ਘਟ ਜਾਂਦੀ ਹੈ। ਕੀਮਤ ਵੱਧ ਕੇ 2 ਤੋਂ 4 ਹੋਈ, ਮਾਤਰਾ ਘਟ ਕੇ 4 ਤੋਂ 2 ਹੋ ਗਈ। ਮਲਟੀਪਲਾਈ ਕਰੋ, 4 2s are 8। ਠੀਕ ਹੈ, ਖਰਚਾ ਉਹਦਾ ਪਹਿਲਾਂ ਵੀ 8 ਸੀ, ਹੁਣ ਵੀ 8 ਹੈ। ਜੇ ਕੀਮਤ ਘਟ ਕੇ 1 ਰੁਪਇਆ ਹੋ ਗਈ, ਉਹਨੇ ਦੋਨੋਂ ਕੰਡੀਸ਼ਨਸ ਦਿਖਾਤੀਆਂ, ਕੀਮਤ ਵਧਣ ਵਾਲੀ ਵੀ ਤੇ ਕੀਮਤ ਘਟਣ ਵਾਲੀ ਵੀ। ਜਦੋਂ ਕੀਮਤ 2 ਤੋਂ 4 2 ਰੁਪਏ 2 ਰੁਪਏ ਸੀ, ਇੱਥੇ 4 ਹੋ ਗਈ, ਇੱਥੇ ਵਧੀ ਹੋਈ ਦਿਖਾਈ, ਤਾਂ ਖਰਚਾ ਉਹਦਾ ਆਪਾਂ ਖਰਚਾ ਦੇਖਣਾ, ਬਸ ਆਪਾਂ ਐਕਸਪੈਂਡੀਚਰ ਮੈਥਡ ਕਰ ਰਹੇ ਹਾਂ। ਜਦੋਂ ਕੀਮਤ 2 ਰੁਪਏ ਸੀ ਤਾਂ 4 ਵਸਤੂਆਂ ਦੀ ਮੰਗ ਹੁੰਦੀ ਸੀ, 4 ਦੂਣੀ 8 ਰੁਪਇਆ ਖਰਚਾ ਹੁੰਦਾ ਸੀ। ਕੀਮਤ ਵੱਧ ਕੇ 4 ਰੁਪਏ ਹੋ ਗਈ, ਕੁਆਂਟੀਟੀ ਘਟ ਗਈ, ਡਿਮਾਂਡ ਘਟਾਵਾਂਗੇ ਆਪਾਂ, ਖਰਚਾ ਤਾਂ ਵੀ 8 ਹੈ। ਲੇਕਿਨ ਜੇ ਆਪਾਂ 2 ਰੁਪਏ ਨਾਲ ਕੰਪੈਰੀਜ਼ਨ ਕਰ ਰਹੇ ਹਾਂ, 2 ਤੋਂ 4 ਵਧਾਈ, ਹੁਣ 2 ਤੋਂ 1 ਕੀਮਤ ਘਟਾਤੀ, ਪਹਿਲਾਂ 2 ਰੁਪਏ ਸੀ ਹੁਣ 1 ਕਰਤੀ। ਜਦੋਂ ਕੀਮਤ ਘਟੇਗੀ ਡਿਮਾਂਡ ਵੱਧ ਜੇਗੀ, ਵੱਧ ਕੇ ਕਿੰਨੀ ਹੋ ਗਈ 8, ਖਰਚਾ ਹੁਣ ਵੀ 8 ਹੀ ਹੈ। ਕਹਿਣ ਦਾ ਭਾਵ ਹੈ, ਧਿਆਨ ਨਾਲ ਦੇਖੋ, ਕੀਮਤ ਭਾਵੇਂ 2 ਰੁਪਏ ਤੋਂ 4 ਰੁਪਏ ਹੋ ਜੇ, ਭਾਵੇਂ 2 ਰੁਪਏ ਤੋਂ 1 ਰੁਪਇਆ ਹੋ ਜੇ, ਕੁੱਲ ਖਰਚਾ ਉਹਦਾ 8 ਰੁਪਏ ਹੀ ਰਹਿੰਦਾ ਹੈ। ਠੀਕ ਹੈ, ਜਦੋਂ ਕੁੱਲ ਖਰਚਾ ਬਰਾਬਰ ਹੋਏਗਾ ਤਾਂ ਮੰਗ ਦੀ ਲਚਕ ਹੈ ਇਕਾਈ, ਇਲਾਸਟਿਸਿਟੀ ਆਫ ਡਿਮਾਂਡ ਇਕੁਅਲ ਟੂ 1। ਕਲੀਅਰ? ਹੁਣ ਆ ਜਾਓ ਅੱਗੇ। ਜਦੋਂ ਉਹਦੀ ਕੀਮਤ ਕਿਸੇ ਵੀ ਵਸਤੂ ਦੀ 2 ਰੁਪਏ ਸੀ ਤਾਂ ਉਹ 4 ਵਸਤੂਆਂ ਦੀ ਮੰਗ ਕਰਦਾ ਸੀ, ਖਰਚਾ ਕਿੰਨਾ ਹੋ ਗਿਆ 8 ਰੁਪਏ। ਖਰਚਾ ਕਿੱਦਾਂ ਕੱਢਦੇ ਹੁੰਦੇ ਆਪਾਂ, ਪ੍ਰਾਈਸ ਇਨਟੂ ਕੁਆਂਟੀਟੀ, ਇੱਦਾਂ ਹੀ ਕਰਦੇ ਹੁੰਦੇ ਨਾ,
ਪ੍ਰਾਈਸ ਨੂੰ ਕੁਆਂਟੀਟੀ ਨਾਲ ਮਲਟੀਪਲਾਈ ਕਰ ਦਿੰਨੇ ਆ ਤਾਂ ਖਰਚਾ ਆ ਜਾਊਗਾ। ਜੇ ਕੀਮਤ ਵੱਧ ਕੇ 4 ਹੋ ਗਈ, ਠੀਕ ਹੈ, ਮਾਤਰਾ ਘਟ ਕੇ 1 ਹੋ ਗਈ, ਸਮਝ ਆਈ? ਪ੍ਰਾਈਸ ਵਧਿਆ, ਕੁਆਂਟੀਟੀ ਘਟ ਗਈ ਤਾਂ ਖਰਚਾ ਕਿੰਨਾ ਰਹਿ ਗਿਆ? 4 ਰੁਪਏ। ਜੇ ਪ੍ਰਾਈਸ 4 ਰੁਪਏ ਤੋਂ 1 ਰੁਪਏ ਹੋ ਗਿਆ ਤਾਂ ਖਰਚਾ ਕਿੰਨਾ ਹੋ ਗਿਆ? 10 ਰੁਪਏ। ਇਸੇ ਸੁਣੋ ਧਿਆਨ ਨਾਲ, ਜਦੋਂ ਕੀਮਤ ਵਧੀ, ਠੀਕ ਹੈ, ਤੇ ਖਰਚਾ ਜਿਹੜਾ ਸੀ ਉਹ ਘਟ ਗਿਆ। ਪਹਿਲਾਂ 2 ਰੁਪਏ ਤੇ ਉਹਦਾ ਖਰਚਾ ਕਿੰਨਾ ਸੀ? 8 ਰੁਪਏ। ਕੀਮਤ ਵੱਧ ਕੇ 4 ਰੁਪਏ ਹੋਈ, ਖਰਚਾ ਉਹਨੇ ਆਪਣਾ ਘਟਾ ਲਿਆ, ਮਤਲਬ ਕੁਆਂਟੀਟੀ ਘਟਾਤੀ, ਠੀਕ ਹੈ। ਤੇ ਜੇ ਕੀਮਤ ਉਹਦੀ ਘਟ ਗਈ ਤਾਂ ਖਰਚਾ ਉਹਦਾ ਪਹਿਲੇ ਨਾਲੋਂ ਵੱਧ ਗਿਆ। ਇੱਥੇ ਕੀ ਕਹਾਂਗੇ? ਇਲਾਸਟੀਸਿਟੀ ਆਫ ਡਿਮਾਂਡ ਇਕਾਈ ਤੋਂ ਵੱਧ ਹੈ। ਨੈਕਸਟ ਆ ਗਿਆ, ਜਦੋਂ ਉਹਦਾ ਪ੍ਰਾਈਸ 2 ਤੋਂ 4 ਹੋਇਆ ਤਾਂ ਖਰਚਾ ਵੀ ਵੱਧ ਕੇ 6 ਤੋਂ 8 ਹੋ ਗਿਆ। ਤੇ ਜੇ ਪ੍ਰਾਈਸ 2 ਤੋਂ 1 ਹੋਇਆ ਤੇ ਖਰਚਾ ਵੀ ਘਟ ਗਿਆ, ਮਤਲਬ ਕੀਮਤ ਵਧਣ ਨਾਲ ਖਰਚਾ ਵੱਧ ਗਿਆ, ਕੀਮਤ ਘਟਣ ਨਾਲ ਖਰਚਾ ਘਟ ਗਿਆ। ਬੇਸਿਕ ਤੁਸੀਂ ਆ ਲੈ ਕੇ ਚਲੋ 6 ਰੁਪਏ ਖਰਚਾ ਹੁੰਦਾ ਸੀ ਉਹਦਾ, ਠੀਕ ਹੈ। ਕੀਮਤ 2 ਤੋਂ 4 ਰੁਪਏ ਹੋਈ, ਖਰਚਾ ਉਹਦਾ ਹੋ ਗਿਆ 8 ਰੁਪਏ। 6 ਤੋਂ ਵੱਧ ਕੇ 8 ਹੋ ਗਿਆ। ਕੀਮਤ 2 ਤੋਂ 1 ਰੁਪਏ ਹੋਈ, ਖਰਚਾ ਘਟ ਕੇ ਹੋ ਗਿਆ 4 ਰੁਪਏ। ਇਹਨੂੰ ਕਹਿੰਦੇ ਆ ਇਕਾਈ ਤੋਂ ਘੱਟ। ਮੰਗ ਦੀ ਜਿਹੜੀ ਲੋਚ ਹੈ ਉਹ ਇਕਾਈ ਤੋਂ ਘੱਟ ਹੈ। ਬਸ ਪਹਿਲੇ ਚ ਆਪਾਂ ਉਹਨੂੰ ਕੀ ਦੱਸਿਆ ਕਿ ਜੇ ਖਰਚਾ ਬਰਾਬਰ ਰਹਿੰਦਾ ਹੈ ਤਾਂ ਇਲਾਸਟੀਸਿਟੀ ਆਫ ਡਿਮਾਂਡ ਇਕੁਅਲ 1 ਹੈ। ਜੇ ਕੀਮਤ ਵਧਣ ਤੇ ਖਰਚਾ ਘਟ ਗਿਆ ਤੇ ਘਟਣ ਤੇ ਵੱਧ ਗਿਆ, ਉਲਟਾ ਹੋ ਰਿਹਾ, ਤੇ ਇਕਾਈ ਤੋਂ ਵੱਧ ਹੈ। ਜੇ ਕੀਮਤ ਵਧਣ ਨਾਲ ਖਰਚਾ ਵੱਧ ਰਿਹਾ ਤੇ ਘਟਣ ਨਾਲ ਘਟ ਰਿਹਾ, ਸੇਮ ਰੇਸ਼ੋ 'ਚ, ਤਾਂ ਉਹਨੂੰ ਕਹਿੰਦੇ ਆ ਇਕਾਈ ਤੋਂ ਘੱਟ ਹੈ। ਇਹੀ ਸਾਰਾ ਨੀਚੇ ਐਕਸਪਲੇਨ ਕੀਤਾ, ਮੈਂ ਅੰਡਰਲਾਈਨਸ ਕਰਤੀ ਹੈ। ਇਹੀ ਤੁਸੀਂ ਕੁਐਸਚਨ ਜਿਹੜਾ ਲਿਖ ਲੈਣਾ। ਡਾਇਗਰਾਮ ਦੇਖੋ, ਡਾਇਗਰਾਮ 'ਚ ਨੀਚੇ ਓ ਐਕਸਿਸ ਤੇ ਐਕਸਪੈਂਡੀਚਰ ਹੈ, ਓ ਵਾਈ ਤੇ ਪ੍ਰਾਈਸ। ਇਸੇ ਸ਼ਡਿਊਲ ਤੋਂ ਹੀ ਬੇਟਾ ਉਹਨੇ ਡਾਇਗਰਾਮ ਬਣਾਇਆ ਹੈ। ਧਿਆਨ ਨਾਲ ਦੇਖੋ, ਜਦੋਂ ਪ੍ਰਾਈਸ OP ਸੀਗਾ ਤਾਂ ਉਹਦਾ ਖਰਚਾ ਸੀ P ਤੋਂ ਲੈ ਕੇ D ਤੱਕ। ਪ੍ਰਾਈਸ ਵੱਧ ਕੇ OM ਹੋ ਗਿਆ, ਖਰਚਾ ਵੱਧ ਕੇ MC ਹੋ ਗਿਆ। ਮੀਨਸ ਪ੍ਰਾਈਸ ਘੱਟ ਤੇ ਖਰਚਾ ਘੱਟ, ਪ੍ਰਾਈਸ ਵੱਧ ਤੇ ਖਰਚਾ ਵੱਧ। ਜਿਹੜੀ ਆਪਾਂ ਥਰਡ ਕੰਡੀਸ਼ਨ ਦੇਖੀ ਸੀ ਇੱਥੇ, ਇਕਾਈ ਤੋਂ ਘੱਟ, ਤਾਂ ਇਲਾਸਟੀਸਿਟੀ ਆਫ ਡਿਮਾਂਡ ਲੈਸ ਦੈਨ 1 ਹੈ। ਹੁਣ ਆ B ਤੋਂ ਲੈ ਕੇ C ਤੱਕ ਪੋਰਸ਼ਨ, ਚਾਹੇ ਪ੍ਰਾਈਸ OM ਹੈ ਤਾਂ ਵੀ ਉਹਦਾ ਖਰਚਾ MC ਸੀ। ਜੇ ਪ੍ਰਾਈਸ OM ਤੋਂ ਵੱਧ ਕੇ O ਤੋਂ ਲੈ ਕੇ N ਤੱਕ ਹੋ ਗਿਆ ਤਾਂ ਵੀ ਖਰਚਾ ਉਹਦਾ NB ਹੈ। ਇਹ B ਤੇ C ਜਿਹੜਾ ਪਾਰਟ ਹੈ, ਇੱਥੇ ਖਰਚੇ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉਹ ਇੰਨਾ ਪ੍ਰਾਈਸ ਕਰ ਦੇ, ਇੰਨਾ ਕਰ ਦੇ, ਮਤਲਬ ਭਾਵੇਂ ਵਧਾ ਦੇ ਤੇ ਭਾਵੇਂ ਘਟਾ ਦੇ। ਇੱਥੇ ਇਲਾਸਟੀਸਿਟੀ ਆਫ ਡਿਮਾਂਡ ਇਕੁਅਲ 1 ਹੈ। ਉੱਪਰ ਚਲ ਜਾਓ, ਜਦੋਂ ਪ੍ਰਾਈਸ ON ਸੀ ਤਾਂ ਉਹਦਾ ਖਰਚਾ ਸੀ N ਤੋਂ ਲੈ ਕੇ B ਤੱਕ। ਪ੍ਰਾਈਸ ਵੱਧ ਗਿਆ, ਖਰਚਾ ਘਟ ਗਿਆ। ਇਲਾਸਟੀਸਿਟੀ ਆਫ ਡਿਮਾਂਡ ਲੈਸ ਦੈਨ 1, ਠੀਕ ਹੈ, ਸੌਰੀ ਗ੍ਰੇਟਰ ਦੈਨ 1। ਅਨੁਪਾਤ, ਇਹ ਸੀਗਾ ਪਹਿਲਾ ਮੈਥਡ, ਐਕਸਪੈਂਡੀਚਰ ਮੈਥਡ। ਹੁਣ ਆਪਾਂ ਕਰਨ ਲੱਗੇ ਹਾਂ ਪ੍ਰਤੀਸ਼ਤ ਵਿਧੀ, ਅਨੁਪਾਤਕ ਜਾਂ ਪ੍ਰਤੀਸ਼ਤ ਵਿਧੀ। ਇਹ ਮੈਥਡਸ ਆ ਅਲੱਗ-ਅਲੱਗ ਇਲਾਸਟੀਸਿਟੀ ਨੂੰ ਮੇਜਰ ਕਰਨ ਦੇ। ਇਲਾਸਟੀਸਿਟੀ 3 ਟਾਈਪਸ ਦੀ ਹੈ। 3 ਟਾਈਪਸ, ਇਕਾਈ, ਇਕਾਈ ਤੋਂ ਵੱਧ ਤੇ ਇਕਾਈ ਤੋਂ ਘੱਟ। ਇਹ ਕਿਵੇਂ ਮੇਜਰ ਕਰਨੀ ਹੈ? ਇੱਕ ਤਾਂ ਤੁਹਾਨੂੰ ਮੈਂ ਖਰਚ ਵਿਧੀ ਨਾਲ ਸਮਝਾਤਾ। ਹੁਣ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਅਨੁਪਾਤਕ ਜਾਂ ਪ੍ਰਤੀਸ਼ਤ ਵਿਧੀ, ਪ੍ਰਪੋਰਸ਼ਨੇਟ ਔਰ ਪਰਸੈਂਟੇਜ ਮੈਥਡ। ਇਹਦੇ ਵਿੱਚੋਂ ਕੀ ਕਹਿੰਦਾ ਹੈ ਕਿ ਮੰਗ ਦੀ ਮੁੱਲ ਲਚਕ ਦਾ ਅਨੁਮਾਨ ਲਗਾਉਣ ਲਈ ਮੰਗੀ ਗਈ ਮਾਤਰਾ ਵਿੱਚ ਅਨੁਪਾਤਕ ਪਰਿਵਰਤਨ ਨੂੰ ਕੀਮਤ ਵਿੱਚ ਹੋਣ ਵਾਲੇ ਅਨੁਪਾਤਕ ਜਾਂ ਪ੍ਰਤੀਸ਼ਤ ਪਰਿਵਰਤਨ ਨਾਲ ਭਾਗ ਦੇ ਕੇ ਪਤਾ ਲਗਾਇਆ ਜਾ ਸਕਦਾ ਹੈ। ਇਹ ਤੁਸੀਂ ਇੱਥੋਂ ਸਮਝੋਗੇ ਤਾਂ ਜ਼ਿਆਦਾ ਕਲੀਅਰ ਹੋ ਜਾਊਗਾ। ਕਹਿੰਦਾ ਇਲਾਸਟੀਸਿਟੀ ਆਫ ਡਿਮਾਂਡ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ? ਮੰਗੀ ਗਈ ਮਾਤਰਾ ਵਿੱਚ ਅਨੁਪਾਤਕ ਪਰਿਵਰਤਨ ਨੂੰ ਕਿਹਦੇ ਨਾਲ ਭਾਗ ਦੇਣਾ ਹੈ? ਕੀਮਤ ਵਿੱਚ ਅਨੁਪਾਤਕ ਪਰਿਵਰਤਨ, ਦੋਨਾਂ ਨੂੰ ਭਾਗ ਦੇ ਦੋਗੇ ਤਾਂ ਇਲਾਸਟੀਸਿਟੀ ਆਫ ਡਿਮਾਂਡ ਆ ਜਾਏਗੀ। ਜੇ ਤੁਸੀਂ ਕੁਆਂਟੀਟੀ ਡਿਮਾਂਡਡ 'ਚ ਜਿਹੜਾ ਪਰਸੈਂਟੇਜ ਚੇਂਜ ਇਨ ਪਰਸੈਂਟੇਜ ਹੋ ਰਿਹਾ ਤੇ ਜਿਹੜਾ ਪ੍ਰਾਈਸ ਦੇ ਵਿੱਚ ਪਰਸੈਂਟੇਜ ਚੇਂਜ ਹੋ ਰਿਹਾ, ਦੋਨਾਂ ਨੂੰ ਡਿਵਾਈਡ ਕਰੋਗੇ ਤਾਂ ਇਲਾਸਟੀਸਿਟੀ ਆਫ ਡਿਮਾਂਡ ਆ ਜਾਏਗੀ। ਦੇਖੋ, ਮੰਗੀ ਗਈ ਮਾਤਰਾ ਵਿੱਚ ਪਰਿਵਰਤਨ ਡਿਵਾਈਡਡ ਬਾਈ ਪ੍ਰਾਰੰਭਿਕ ਮਾਤਰਾ ਮਲਟੀਪਲਾਈ 100। ਇਹ ਪਰਿਵਰਤਨ ਦਾ ਕੀ ਭਾਵ ਹੈ? ਮੰਨ ਲਓ ਪਹਿਲਾਂ ਕਿਉਂ ਹੋ ਰਿਹਾ ਸੀ, ਠੀਕ ਹੈ, ਕੋਈ ਵਸਤੂ ਅਸੀਂ ਪ੍ਰਾਈਸ ਸੀਗਾ 2 ਰੁਪਏ, ਠੀਕ ਹੈ, ਤਾਂ ਵਸਤੂਆਂ ਦੀ ਡਿਮਾਂਡ ਹੋ ਰਹੀ ਸੀ 4। ਪ੍ਰਾਈਸ ਨਵਾਂ ਵੱਧ ਗਿਆ, 4 ਹੋ ਗਿਆ, ਠੀਕ ਹੈ।
तो क्वांटिटी कितनी होगी, प्राइस 2 रुपये सी ते 4 वस्तुआं, 4 ते हो गया तो 2 हो गया। ठीक है, सॉरी क्वांटिटी। ਜਦੋਂ ਪ੍ਰਾਈਸ ਕਿਸੇ ਵਸਤੂ ਦਾ 2 ਰੁਪਏ ਸੀ ਤਾਂ ਅਸੀਂ ਕਿੰਨੀ ਕੁਆਂਟੀਟੀ ਖਰੀਦਦੇ ਸੀ, 4। ਜਦੋਂ ਪ੍ਰਾਈਸ ਵੱਧ ਕੇ 4 ਹੋ ਗਿਆ ਅਸੀਂ ਕੁਆਂਟੀਟੀ ਘਟਾਤੀ, 2 ਵਸਤੂਆਂ ਕਰਤੀਆਂ। ਇਹ ਪੁਰਾਣੀ ਕੰਡੀਸ਼ਨ ਹੋ ਗਈ, ਇਹ ਨਿਊ ਕੰਡੀਸ਼ਨ ਹੋ ਗਈ। 2 ਰੁਪਏ ਪ੍ਰਾਈਸ ਤੇ 4 ਵਸਤੂਆਂ ਖਰੀਦਦੇ ਸੀ, 4 ਰੁਪਏ ਪ੍ਰਾਈਸ ਤੇ 2 ਵਸਤੂਆਂ ਖਰੀਦਦੇ ਸੀ। ਹੁਣ ਜੇ ਅਸੀਂ ਚੇਂਜ ਇਨ ਕੁਆਂਟੀਟੀ ਕੱਢਣੀ ਹੋਵੇ, ਕਿੱਦਾਂ ਕੱਢਾਂਗੇ, Q1 ਮਾਈਨਸ Q। ठीक है, पहला 2 सी फिर 4 होगी। ठीक है, -2 आ गई, इसे करके फॉर्मूले चो माइनस रखदा हुंदा कि माइनस इफैक्ट खत्म हो जाए। ठीक है, ये तो होगी तुहाडी चेंज इन क्वांटिटी। चेंज इन प्राइस, इनू कहंदे चेंज, परिवर्तन। प्राइस की परिवर्तन होया, P1 माइनस P1 नवा प्राइस माइनस पुराना। नवा प्राइस 4 हो गए, पुराना प्राइस 2। प्राइस कितना वधिया सी, 2 रुपये। क्वांटिटी कितनी घट गई, -2। 2 वस्तुओं की जी डिमांड सी वो घट गई। मैं तुहानूं दिखा रही कि चेंज की हुंदा है, समझ आ गई। ये की है, प्रारंभिक मात्रा, ये नवी मात्रा। प्रारंभिक प्राइस, नवा प्राइस, तो जिहड़ा डेल्टा है ये परिवर्तन है। ठीक है, फॉर्मूला देखो ध्यान नाल, Q1 माइनस Q किता सी ना मैं इत्थे, Q1 माइनस Q, तो की बन गया वो, डेल्टा Q। जो Q नवी मात्रा चो पुरानी मात्रा घटावांगे तो चेंज इन क्वांटिटी आ जाएगा। Q1 माइनस Q डिवाइडेड बाय Q। नवी मात्रा चो पुरानी मात्रा घटा के डिवाइड करना है पुरानी मात्रा, मल्टीप्लाई 100, क्योंकि आप प्रतिशत परिवर्तन कढ़ रहे हैं। माइनस फॉर्मूले च ही है, P1 माइनस P नवी कीमत चो पुरानी कीमत डिवाइडेड बाय P। आ 100 ना तो चलो अगे जाके कट दो। जो तुसी Q1 चो नवी मात्रा चो पुरानी मात्रा घटाओगे वो चेंज इन क्वांटिटी बन जाएगा। डिवाइडेड बाय Q एवें लिख लिया, 100 भी एवें लिख लिया। उस तो बाद P1 चो P घटाओगे, डेल्टा P बन जाएगा। आ डिवाइडेड बाय P ते 100 एज इट इज लिख लिया आपां। 100 ਨੂੰ 100 ਨਾਲ डिवाइड करता। ਹੁਣ ਤੁਹਾਨੂੰ एक डिवाइड का रूल याद होएगा, डेल्टा Q ओवर Q है। ठीक है, अपने को आ रहा आ की है डिवाइड। डिवाइड ਨੂੰ ਜਦੋਂ ਆਪਾਂ ਮਲਟੀਪਲਾਈ 'ਚ ਚੇਂਜ ਕਰਦੇ ਆ, ਆ ਕੀ ਹੈ डेल्टा P ओवर P। ਜਦੋਂ डिवाइड ਨੂੰ ਮਲਟੀਪਲਾਈ ਚੇਂਜ ਕੀਤਾ ਜਾਂਦਾ ਤੇ ਇਹ ਫਿਰ ਜਿਹੜੀਆਂ ਰਕਮ ਹੈ ਉਲਟ ਜਾਂਦੀਆਂ। डेल्टा P बाय P ਦਾ ਕੀ ਬਣ ਜਾਂਦਾ, P ਉੱਪਰ ਚਲ ਜਾਣਾ, डेल्टा P ਇਹਨਾਂ ਰੈਸੀਪ੍ਰੋਕਲ ਹੋ ਜਾਂਦਾ ਹੁੰਦਾ। जिवें डेल्टा P ओवर P सी, इहदा की बन जाना P ओवर डेल्टा P। इन्हें उपर चल जाना, इन्हें नीचे आ जाना। कदों, जदों आपां डिवाइड नूं मल्टीप्लाई करते हैं। देखो आ चीज़ बन गई, डेल्टा Q ओवर Q, P ओवर डेल्टा P। ठीक है, उस तो बाद उन्हें की किया, इहनूं ध्यान नाल देखो, मैं तुहानूं आ करके दस्सिया ना, उन्हें की किया, डेल्टा Q ओवर डेल्टा P। परिवर्तन परिवर्तन एक पासे कर ले, डेल्टा P इधर ले आया, P ते Q अलग करते, अगे माइनस का निशान रखना। आ बन गया। जो तुसी घर इहनूं सॉल्व करके देखोगे ना एग्जाम्पल तो, एग्जाम्पल गिवन है, तुहानूं क्लीयर हो जाएगा। ठीक है, ये सीगा सैकेंड मैथड। सैकेंड मैथड किहड़ा कीता आपां, अनुपातक जां प्रतिशत। इह 'च बस फॉर्मूले नूं ध्यान च रखना तुसी। मंगी गई मात्रा विच परिवर्तन, कीमत विच अनुपातक परिवर्तन। मंगी गई मात्रा विच परिवर्तन, प्रारंभिक मात्रा, कीमत विच परिवर्तन, प्रारंभिक कीमत। इहनूं सॉल्व कर लेना। डेल्टा Q चो Q माइनस करोगे, डेल्टा Q बन जाऊगा। P1 चो P माइनस करोगे, डेल्टा P बन जाएगा। ठीक है, फिर उन्हें एक्सप्लेन भी करता। देखो डेल्टा Q ओवर Q, ठीक है, 100 ना 100 कटता, डिवाइड नूं उन्हें की बनाता, डिवाइड द साइन पाता, डेल्टा P नूं एवें लिख लिया। उस तो बाद उन्हें आ चीज़ अद्धी लिख ली पहला। जदों डिवाइड नूं मल्टीप्लाई च चेंज किया, डेल्टा P ओवर P का रेसीप्रोकल करके P उपर लै गया, डेल्टा P नीचे ले आया। क्लीयर है, उस तो बाद खत्म हो गया है। थर्ड मैथड है जिहड़ा तुहाडा क्वेश्चन बच्चे ध्यान नाल समझण वाला, जे ध्यान नाल देखोगे तो बहुत ईजी है। थर्ड आ गया पॉइंट मैथड। ठीक है, पॉइंट मैथड की एक सरल मंग रेखा है जिहदे विच आपां दिखाना है कि ए बिंदु की मंग लोच जिहड़ी ए है ना, ये किहदे बराबर है, ए तो लैके एन तक,
डिवाइडेड बाय ए तो लैके एम तक, ये मैथड है ਇਹਦਾ। ठीक है, ए बिंदु की मंग लो ए एन डिवाइडेड बाय ए एम के बराबर है, जो कि असी जानते हैं इलास्टिसिटी ऑफ डिमांड का फॉर्मूला ਆਪਾਂ ਹੁਣੀ ਇੱਥੇ ਕੱਢਿਆ, पी ओवर क्यू डेल्टा क्यू ओवर डेल्टा पी, कहते असी जानते सानू यही फॉर्मूला आप इत्थे अप्लाई करना है। ठीक है, पी की है, पी की है प्राइज। ठीक है, ओ तो लैके पी तक जोड़ा प्राइज है ये पी है। क्लीयर, उस तो बाद पी की है ओ पी कि इक्वल है ओ तो लैके पी तक ए ते क्यू दे। ध्यान नाल देखो, ओ पी किदे इक्वल है ए क्यू दे। क्लीयर, प्राइस कितना कहता पी है, पी की है ओ तो लैके पी तक, ये किदे समानांतर है ए तो क्यू तक, इनू आप इक्वल करके लिख सकते हैं। क्यू की है ओ क्यू, क्यू मीनस क्वांटिटी पुरानी वाला, आ वाला पुरानी क्वांटिटी। ठीक है, क्यू की है ओ क्यू, इनू आप लिख सकते हैं पी ए। क्लीयर, की लिख सकते हैं ए पी या पी ए, उन्हें लिखता ना क्यू की है ओ क्यू ए पी दे इक्वल। डेल्टा पी मैं तुहानू पहले ही दस्सिया सी की हुंदा है, चेंज इन प्राइस। पहला प्राइस कितना सीगा ओ पी पुराना ओ पी माइनस ओ पी वन, जे माइनस कर दोगे डेल्टा पी आ जाएगा पी वन। ठीक है, न की बन गया पी वन, पहला प्राइस सीगा ओ पी, नवा प्राइस आ गया ओ पी वन, तो चेंज कितना होया पी तो पी वन, ये चेंज होया। तो जोड़ा पी तो पी वन है ये किदे इक्वल है ए बी दे। ये अगों वैल्यूज़ भरनी है ना, आप तां लै रहे हैं बेटा। ठीक है, नैक्सट डेल्टा क्यू की पहली क्वांटिटी कितनी सी ओ क्यू, नवी कितनी आ गई ओ क्यू वन, चेंज कितना आया क्यू वन कि इक्वल है बी सी दे। क्लीयर, आ बी सी आ गया। ये हुण आप वैल्यूज़ पुट करनी है तां लिया है। फॉर्मूला की सी अपने को पी ओवर क्यू डेल्टा क्यू ओवर डेल्टा पी। ठीक है, पी की इक्वल कर लिया आप ए क्यू दे, कितना ना पी ए क्यू दे इक्वल कर लिया। ठीक है, इत्थे आ फॉर्मूला सीगा, इत्थे पी की जगह ते की भरता आप ए क्यू, तो आ क्यू की जगह ते की भरना आप जी वैल्यू बनाई ए पी। ठीक है, डेल्टा क्यू फॉर्मूले के अकॉर्डिंग डेल्टा क्यू की इक्वल कर लिया आप बी सी दे। थ्योरम्स प्रूव करते होंदे सी ना 10th चो, थ्योरम ही है एक तरह का। ए पी की इक्वल हो गया अपना, सॉरी चेंज इन प्राइस की इक्वल हो गया ए बी दे। ठीक है, ए क्यू बटा ए पी बी सी बाय ए बी, आई चीज़ बन गई। हुण दो ट्रायंगल्स लईआं उन्हें, ध्यान नाल देखो दो ट्रायंगल्स किहड़ियां लईआं उन्हें, ए बी सी ए क्यू एन, ए बी सी एक आ ट्रायंगल लई, एक उन्हें लई ए क्यू एन, आ ट्रायंगल वड्डी। क्लीयर, दो ट्रायंगल्स लईआं, ध्यान नाल देखो ए बी सी ए क्यू एन, ए वाली ट्रायंगल। हुण देखो ध्यान नाल किवें किवें उन्हें फिल किया। बी सी बाय ए बी, छोटी ट्रायंगल देखो पहला ए बी सी, तो 90 डिग्री बन रहा। बी सी की हो गया आधार, आप पहला आधार ले लिया बी सी। वड्डी ट्रायंगल ए क्यू एन, इन्हें थोड़ा टेढ़ा करके एवें रख के देखना। हम ये आ बन गया अपनी ए क्यू एन, तो इहदे विच ए क्यू एन, ये 90 डिग्री कित्थे बन रहा क्यू ते, जिथे 90 डिग्री बन रहा होंदा वो की होंदा बेस, ए तो लेके क्यू तक ही हो गया बेस, बी सी ओवर ए क्यू, छोटे ट्रायंगल का बेस अपॉन वड्डी ट्रायंगल का बेस, यही इन्हें लिखा। ध्यान नाल देखो बी सी ओवर ए बी,
BC ओवर AB, BC छोटी ट्रायंगल का ते AB, सॉरी बेटा उन्हें ना कट्ठा लिया पहला, ध्यान नाल देखने की कोशिश करियो। पहला उन्हें BC जी ABC ट्रायंगल लई उनका ही बेस ले लिया, उनका ही परपेंडिकुलर AB ले लिया। क्लीयर, छोटी ट्रायंगल ABC, बेस BC, परपेंडिकुलर AB। क्लीयर, हुण वड्डी ट्रायंगल AQN, जिदा मैं तुहानूं पहला टेढ़ी करके दिखाई है कि इत्थे 90 डिग्री बन रहा, इहदा बेस की बन जूगा AQ ते इहदा परपेंडिकुलर की बन जूगा QN। छोटी ट्रायंगल दा बेस ते परपेंडिकुलर, वड्डी ट्रायंगल दा बेस AQ ते परपेंडिकुलर QN, ये आपस की हो गए बराबर। आ देखो अज बन गया BC ओवर AB, QN ओवर QN ओवर AQ। अच्छा और सीधी लै रहा, चलो सीधी ही ले लो, इत्थे भी 90 बन रहा, इत्थे भी 90 बन रहा, ठीक है ठीक है। QN ठीक है, ज़्यादा तुसी ना पो ये दोबारा दस दिनी है, एक बारी क्लीयर करके इरेज करके ध्यान नाल देखो बेटा। ABC अपने को ट्रायंगल है ABC, ठीक है, इनका बेस ले लिया आपां BC, ठीक है, AB की ले लिया आपां परपेंडिकुलर। याद आया तुहानूं 10th च पकड़दे सी आधार ते शिखर लंब, आधार BC, शिखर लंब AB। वड्डी ट्रायंगल AQN, AQN, इहदे विच इहदा आधार की लिया QN, पहला BC आधार लिया सी, वड्डी दा आधार जां बेस की हो गया QN, ते इहदा परपेंडिकुलर की हो गया AQ। ठीक है, क्लीयर, आ चीज़ बन गई BC ओवर AB, QN ओवर AQ। BC व AB की थां ते समीकरण विच QN ओवर AQ लिख दो। ठीक है, आ देखो आ वाली समीकरण लिखी थी ना आप पहला, वैल्यूज पुट कीतियां सी AQ ओवर AP, ठीक है, जो BC ते ABC, आ देखो BC ते AB आप आ चीज़ बना ली, प्रूफ की, मैं तुहानूं करके दिखाई है ना, BC ते AB, QN ओवर AQ, ये इत्थे भर देना, ये ध्यान नाल समझने की कोशिश करो। जिहड़ी आ चीज़ है ना AQ ओवर AP ते BC ओवर AB, उन्हें की किया AQ ओवर AP एवें ले लिया, ठीक है, इनू एवें लैके BC ओवर AB जी मैं वैल्यू बनाती समरूप ट्रायंगल्स लैके QN AQ करता,